NSA ਐਕਟ ਕੀ ਹੈ, ਕਿਉਂ ਬਣਾਈ ਗਈ ਸੀਗੀ? NSA ਲਗਾ ਸਕਦੀ ਹੈ ਜੀ ਸੈਂਟਰਲ ਗਵਰਨਮੈਂਟ ਜਾਂ ਸਟੇਟ ਗਵਰਨਮੈਂਟ। ਇਹ ਲਾਇਆ ਉਦੋਂ ਜਾਂਦਾ ਹੈ ਗਵਰਨਮੈਂਟ ਵੱਲੋਂ ਜਦੋਂ ਉਹਨਾਂ ਨੂੰ ਇਹ ਲੱਗਦਾ ਹੈ ਵੀ ਐਨੀ ਪਰਸਨ ਇਜ਼ ਕਮਿਟਿੰਗ ਐਨੀ ਐਕਟ ਵਿਚ ਇਜ਼ ਪ੍ਰੈਜੂਡੀਸ਼ੀਅਲ ਟੂ ਦ ਡਿਫੈਂਸ ਆਫ ਇੰਡੀਆ। ਜੇ ਇਹਦੇ ਵਿੱਚ ਬੇਲ ਕਦ ਤੱਕ ਮਿਲ ਜਾਏਗੀ ਤੇ ਜਿਹੜੀ ਰਿਮਾਂਡ ਹੈ ਉਹ ਰਿਮਾਂਡ ਕਿੰਨੀ ਕੁ ਜ਼ਿਆਦਾ ਸਟ੍ਰਿਕਟ ਹੁੰਦੀ ਹੈ? ਇਹਦੇ ਵਿੱਚ ਮੈਂ ਇਹ ਵੀ ਕਲੀਅਰ ਕਰ ਦਿੰਦਾ, ਇਹਦੇ ਵਿੱਚ ਉਹਨੂੰ ਕੋਈ ਬੰਦਾ ਲਾਇਰ ਉਹਨੂੰ ਰਿਪਰੈਜ਼ੈਂਟ ਨਹੀਂ ਕਰ ਸਕਦਾ ਹੈਗਾ ਜਿਹਦੇ ਅਗੇਂਸਟ ਲਾਇਰ ਹਾਇਰ ਕਰਦਾ ਹੈ ਜੀ। ਨਹੀਂ, ਉਹ ਨਹੀਂ, ਉਹਦੀ ਪ੍ਰੋਵੀਜ਼ਨ ਹੀ ਹੈ ਨਹੀਂ ਅੰਡਰ ਦਿਸ ਐਕਟ। ਜਿਹਦੇ ਅਗੇਂਸਟ ਡਿਟੈਂਸ਼ਨ ਆਰਡਰ ਪਾਸ ਹੋਇਆ ਹੀ ਕੈਨੋਟ ਅਵੇਲ ਦੀ ਸਰਵਿਸਿਜ਼ ਆਫ ਅ ਲਾਇਰ। ਜਿਹੜਾ ਸੈਕਸ਼ਨ 13 ਹੈਗਾ ਉਹਦੇ ਵਿੱਚ ਜਿਹੜਾ ਮੈਕਸਿਮਮ ਪੀਰੀਅਡ ਆਫ ਡਿਟੈਂਸ਼ਨ ਐਜ਼ ਪਰ ਨੈਸ਼ਨਲ ਸਿਕਿਉਰਿਟੀ ਐਕਟ ਹੈ ਉਹ ਹੈਗਾ ਜੀ 12 ਮਹੀਨੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ ਤੇ ਮੈਂ ਹਾਂ ਸੁਜਲ ਤੁਮਨ। ਪੰਜਾਬ ਦੇ ਵਿੱਚ ਮਾਹੌਲ ਗਰਮਾਇਆ ਜਿੱਥੇ ਅੰਮ੍ਰਿਤਪਾਲ ਨੂੰ ਲੈ ਕੇ ਗੱਲਾਂ ਹੁੰਦੀਆਂ ਨੇ ਕਿ NSA ਐਕਟ ਲਗਾਇਆ ਜਾਏਗਾ, ਉੱਥੇ ਹੀ ਅਤੇ ਗੱਲਾਂ ਚੱਲ ਰਹੀਆਂ ਸੀਗੀਆਂ ਕਿ 112 ਜੋ ਸਾਥੀ ਨੇ, ਜੋ ਸਮਰਥਕ ਨੇ, ਉਹ ਗ੍ਰਿਫਤਾਰ ਕਰ ਲਿੱਤੇ ਗਏ ਨੇ ਤੇ ਕੁਝ ਜਿਹੜੇ 7 ਸਮਰਥਕ ਸੀਗੇ ਸਣੇ ਉਹਨਾਂ ਦੇ ਚਾਚਾ ਜੀ ਵੀ, ਤੇ ਉਹਨਾਂ ਨੂੰ ਅਸਾਮ ਭੇਜਿਆ ਗਿਆ ਹੈ NSA ਐਕਟ ਲਗਾ ਕੇ। ਤੇ ਸਾਡੇ ਨਾਲ ਮੌਜੂਦ ਨੇ ਰਜਿੰਦਰਪਾਲ ਬੱਬਰ ਜੀ, ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜਿੱਥੇ ਕਿ ਉਹ ਵਾਈਸ ਪ੍ਰੈਜ਼ੀਡੈਂਟ ਵੀ ਰਹਿ ਚੁੱਕੇ ਨੇ ਬਾਰ ਐਸੋਸੀਏਸ਼ਨ ਦੇ, ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ NSA ਐਕਟ ਕੀ ਹੈ, ਕਿਉਂ ਲਗਾਈ ਜਾਂਦੀ ਹੈ, ਤੇ ਸਾਰੀ ਇਨਫੋਰਮੇਸ਼ਨ ਤੁਹਾਨੂੰ ਦੇਣਗੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ। ਤੇ ਸਰ ਪਹਿਲਾਂ ਸਾਨੂੰ ਇਹ ਦੱਸੋ ਕਿ NSA ਐਕਟ ਕੀ ਹੈ, ਕਿਉਂ ਬਣਾਈ ਗਈ ਸੀਗੀ, ਤੇ ਇਹਦੀ ਮਤਲਬ ਅੱਗੇ ਕੀ ਮਤਲਬ ਪੂਰੀ ਫੁੱਲ ਫਾਰਮ ਵਗੈਰਾ ਸਾਰਾ ਤੁਸੀਂ ਇੱਕ ਵਾਰੀ ਗਾਈਡ ਕਰੋ। ਬ੍ਰਦਰ, ਟੂ ਬਿਗਨ ਵਿਦ ਜਿਹੜਾ NSA ਹੈ ਇਹ ਹੈਗਾ ਜੀ ਨੈਸ਼ਨਲ ਸਿਕਿਉਰਿਟੀ ਐਕਟ 1980 ਜੀ। ਜਿਹੜਾ ਆਰਟੀਕਲ 22 ਹੈ ਕੌਂਸਟੀਟਿਊਸ਼ਨ ਆਫ ਇੰਡੀਆ ਦਾ ਜੀ, ਉਹ ਇਹ ਪਾਵਰਸ ਦਿੰਦਾ ਹੈ ਕਿ ਇੱਕ ਸਕੀਮ ਬਣਾਈ ਜਾਵੇ ਜਿਹਦੇ ਵਿੱਚ ਪ੍ਰੀਵੈਂਟਿਵ ਡਿਟੈਂਸ਼ਨ ਲਾਅ ਇਨੈਕਟ ਕੀਤਾ ਜਾ ਸਕਦਾ ਜੀ। ਪ੍ਰੀਵੈਂਟਿਵ ਡਿਟੈਂਸ਼ਨ ਲਾਅ ਜਿਹੜਾ ਹੈਗਾ ਉਹ ਸੈਂਟਰਲ ਗਵਰਨਮੈਂਟ, ਸਟੇਟ ਗਵਰਨਮੈਂਟ ਕੋਲ ਪਾਵਰਸ ਹੈਗੀਆਂ। ਜਿਹੜਾ ਪ੍ਰੀਵੈਂਟਿਵ ਡਿਟੈਂਸ਼ਨ ਲਾਅ ਇਹ ਕਿੱਥੇ ਇਨੈਕਟ, ਇੱਕ ਇਹਦਾ ਕਾਰਨ ਕੀ ਹੈ ਇਨੈਕਟ ਕਰਨ ਦਾ? ਜੇਕਰ ਸੈਂਟਰਲ ਗਵਰਨਮੈਂਟ ਨੂੰ ਜਾਂ ਸਟੇਟ ਗਵਰਨਮੈਂਟ ਨੂੰ ਇਹ ਲੱਗਦਾ ਕਿਤੇ ਵੀ ਕੋਈ ਵੀ ਜਿਹੜਾ ਪਰਸਨ ਉਹ ਕੋਈ ਵੀ ਇੱਦਾਂ ਦਾ ਐਕਟ ਕਰ ਰਿਹਾ ਵਿਚ ਇਜ਼ ਪ੍ਰੈਜੂਡੀਸ਼ੀਅਲ ਮਤਲਬ ਜਿਹੜਾ ਡੈਟਰੀਮੈਂਟਲ ਹੈ ਗਵਰਨਮੈਂਟ ਦੇ ਅਗੇਂਸਟ ਹੈ, ਅਗੇਂਸਟ ਦੀ ਸਿਕਿਉਰਿਟੀ ਆਫ ਇੰਡੀਆ, ਅਗੇਂਸਟ ਦੀ ਰਿਲੇਸ਼ਨ ਆਫ ਇੰਡੀਆ ਵਿਦ ਫੋਰਨ ਪਾਵਰਸ, ਠੀਕ ਹੈ, ਐਂਡ ਅਗੇਂਸਟ ਦੀ ਸਿਕਿਉਰਿਟੀ ਆਫ ਇੰਡੀਆ। ਜਿਹੜੀ ਸਟੇਟ ਗਵਰਨਮੈਂਟ ਹੈ ਉਹਨਾਂ ਨੂੰ ਇਹ ਲੱਗਦਾ ਵੀ ਜਿਹੜਾ ਸਟੇਟ ਹੈ ਉਹਦੇ ਵਿੱਚ ਟੂ ਇਨਸ਼ਿਓਰ ਪੀਸ ਇੱਦਾਂ ਦਾ ਕੋਈ ਐਕਟ ਹੋ ਰਿਹਾ ਕਿਸੇ ਪਰਸਨ ਵੱਲੋਂ ਜਿਹਦੇ ਨਾਲ ਜਿਹੜਾ ਸਟੇਟ ਦੀ ਸ਼ਾਂਤੀ ਹੈ ਉਹਨੂੰ ਭੰਗ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ, ਜਾਂ ਜਿਹੜੀ ਸਟੇਟ ਹੈ ਉਹਨਾਂ ਦੀ ਸਿਕਿਉਰਿਟੀ ਲਈ ਕੋਈ ਬੰਦਾ ਪ੍ਰੋਬਲਮ ਕ੍ਰੀਏਟ ਕਰ ਸਕਦਾ ਡਿਊ ਟੂ ਹਿਜ਼ ਐਕਟਸ। ਉਹਨਾਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਜਿਹੜਾ ਆਰਟੀਕਲ 22 ਆਫ ਇੰਡੀਅਨ ਕੌਂਸਟੀਟਿਊਸ਼ਨ ਹੈ ਉਹਦੇ ਵਿੱਚ ਪਾਵਰਸ ਹੈਗੀਆਂ ਟੂ ਲੇ ਡਾਊਨ ਅ ਸਕੀਮ ਆਫ ਪ੍ਰੀਵੈਂਟਿਵ ਡਿਟੈਂਸ਼ਨ, ਤਾਂ ਕਿ ਜਿਹੜੀ ਕੰਟਰੀ ਹੈ ਉਹਦੇ ਇੰਟਰਸਟਸ ਨੂੰ ਸੇਫਗਾਰਡ ਅਤੇ ਸਿਕਿਉਰ ਕੀਤਾ ਜਾ ਸਕੇ। ਇਹ ਹੈਗਾ ਜੀ ਨੈਸ਼ਨਲ ਸਿਕਿਉਰਿਟੀ ਐਕਟ 1980। ਹੁਣ ਮੈਂ ਥੋੜ੍ਹਾ ਜਿਹਾ ਤੁਹਾਨੂੰ ਇਹਦਾ ਬਰੀਫ ਦੇ ਦਿੰਦਾ ਵੀ ਨੈਸ਼ਨਲ ਸਿਕਿਉਰਿਟੀ ਐਕਟ 1980 ਜਿਹੜਾ ਹੈਗਾ ਇਹ ਬ੍ਰਦਰ ਜਿਹੜਾ ਐਕਟ ਹੈ ਨੈਸ਼ਨਲ ਸਿਕਿਉਰਿਟੀ ਐਕਟ, ਇਟ ਵਾਜ਼ ਇਨੈਕਟਡ ਔਨ 23 ਸੈਪਟੈਂਬਰ 1980 ਜੀ, ਠੀਕ ਹੈ। ਇਹ ਹੋਇਆ ਸੀ ਉਦੋਂ ਇੰਦਰਾ ਗਾਂਧੀ ਗਵਰਨਮੈਂਟ ਸੀਗੀ ਜੀ। ਤੇ ਇਹ ਜਿਹੜਾ ਐਕਟ ਹੈ ਇਟ ਵਾਜ਼ ਫਾਈਨਲੀ ਅਪਰੂਵਡ ਬਾਈ ਦਾ ਦੈਨ ਪ੍ਰੈਜ਼ੀਡੈਂਟ ਆਫ ਇੰਡੀਆ ਮਿਸ ਨੀਲਿਮਾ ਸੰਜੀਵਾ ਰੈਡੀ ਔਨ 27 ਦਸੰਬਰ 1980 ਜੀ। 27 ਦਸੰਬਰ 1980 ਤੋਂ ਇਹ ਜਿਹੜਾ ਐਕਟ ਹੈ ਇਟ ਕੇਮ ਇਨਟੂ ਫੋਰਸ ਐਂਡ ਇਟ ਇਜ਼ ਪ੍ਰੀਵੇਲਿੰਗ ਇਨ ਇੰਡੀਆ ਅਦਰ ਦੈਨ ਦੀ ਸਟੇਟਸ ਆਫ ਜੰਮੂ ਐਂਡ ਕਸ਼ਮੀਰ ਜੀ। ਹੁਣ NSA ਬਣਨ ਤੋਂ ਪਹਿਲਾਂ ਇੱਕ ਐਕਟ ਸੀਗਾ ਜੀ ਪ੍ਰੀਵੈਂਟਿਵ ਡਿਟੈਂਸ਼ਨ ਐਕਟ 1950 ਜੀ। ਇਹ ਇਨੈਕਟ ਹੋਇਆ, it continued to be on the statute book until another act came into force ਜਿਹਨੂੰ ਆਪਾਂ ਕਹਿੰਦੇ ਹਾਂ ਜੀ MISA, Maintenance of Internal Security Act। ਇਹ ਐਕਟ ਇਨੈਕਟ ਹੋਇਆ ਸੀਗਾ ਜੀ 1971 ਦੇ ਵਿੱਚ ਜੀ। 1971 ਤੋਂ ਲੈ ਕੇ 1977 ਤੱਕ ਜਿਹੜਾ MISA ਸੀਗਾ Maintenance of Internal Security Act, it remained in force। ਹੁਣ ਇੱਕ ਮੈਂ ਤੁਹਾਨੂੰ ਬੜੀ ਸਟਰੇਂਜ ਗੱਲ ਦੱਸਦਾ, ਜਿਹੜਾ ਰਿਪਬਲਿਕ ਆਫ ਇੰਡੀਆ 1977 ਤੋਂ ਲੈ ਕੇ 1980 ਟਿਲ ਦਾ ਟਾਈਮ ਨੈਸ਼ਨਲ ਸਿਕਿਉਰਿਟੀ ਐਕਟ ਕੇਮ ਇਨਟੂ ਫੋਰਸ, 3 ਸਾਲ ਦਾ ਜਿਹੜਾ ਪੀਰੀਅਡ ਸੀ ਜਿਹੜਾ ਇੰਡੀਅਨ ਰਿਪਬਲਿਕ ਹੈ ਇਟ ਰਿਮੇਨਡ ਵਿਦਾਊਟ ਐਨੀ ਪ੍ਰੀਵੈਂਟਿਵ ਡਿਟੈਂਸ਼ਨ ਲਾਅ। ਇਹ 3 ਸਾਲ ਤੱਕ ਪੂਰੀ ਰਿਪਬਲਿਕ ਆਫ ਇੰਡੀਆ ਕੋਲ ਕੋਈ ਪ੍ਰੀਵੈਂਟਿਵ ਡਿਟੈਂਸ਼ਨ ਲਾਅ ਨਹੀਂ ਸੀ। ਫਿਰ NSA ਇਹਨਾਂ ਨੇ ਲਿਆਂਦਾ ਇਨ ਫੋਰਸ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਦੀ ਨੈਸ਼ਨਲ ਸਿਕਿਉਰਿਟੀ ਐਕਟ 1980 ਜੀ। ਹਾਂਜੀ, ਤੇ ਕੀ ਮਤਲਬ ਇਹਦਾ ਪ੍ਰੋਸੈਸ ਕੀ ਹੈ ਜੇ ਮੰਨ ਲਓ ਕਿਸੇ ਦੇ ਉੱਪਰ NSA ਲੱਗ ਜਾਂਦੀ ਹੈ ਤੇ ਇਹਦਾ ਪ੍ਰੋਸੈਸ ਕੀ ਹੈ? ਬ੍ਰਦਰ, ਜਿਹੜਾ ਪ੍ਰੋਸੈਸ ਹੈ ਪਹਿਲਾਂ ਮੈਂ ਤੁਹਾਨੂੰ ਇਹ ਦੱਸਿਆ ਜਿੱਦਾਂ ਕਿ NSA ਲਾਇਆ ਕਦੋਂ ਜਾਂਦਾ ਜੀ, ਕੌਣ ਲਗਾ ਸਕਦਾ? NSA ਲਗਾ ਸਕਦੀ ਹੈ ਜੀ ਸੈਂਟਰਲ ਗਵਰਨਮੈਂਟ ਜਾਂ ਸਟੇਟ ਗਵਰਨਮੈਂਟ।
ਇਹ ਲਾਇਆ ਉਦੋਂ ਜਾਂਦਾ ਹੈ ਗਵਰਨਮੈਂਟ ਵੱਲੋਂ ਜਦੋਂ ਉਹਨਾਂ ਨੂੰ ਇਹ ਲੱਗਦਾ ਹੈ ਵੀ ਐਨੀ ਪਰਸਨ ਇਜ਼ ਕਮਿਟਿੰਗ ਐਨੀ ਐਕਟ which is prejudicial to the defense of India, to the relations of India with foreign powers and to the security of India. ਜਿਹੜੀ state government ਹੈ ਉਹਨਾਂ ਨੇ ਇੰਸ਼ੋਰ ਕਰਨਾ ਹੁੰਦਾ peace of state, ਠੀਕ ਹੈ, ਪਲੱਸ ਉਹਨਾਂ ਨੇ ਦੇਖਣਾ ਹੁੰਦਾ ਮੇਨਟੇਨੈਂਸ ਆਫ ਪਬਲਿਕ ਆਰਡਰ। ਜੇ ਸੈਂਟਰਲ ਜਾਂ ਸਟੇਟ ਗਵਰਨਮੈਂਟ ਨੂੰ ਕਿਸੇ ਵੀ ਪੁਆਇੰਟ ਆਫ ਟਾਈਮ ਤੇ ਲੱਗਦਾ ਹੈ ਦੈਟ ਐਨੀ ਪਰਸਨ ਇਜ਼ ਕਮਿਟਿੰਗ ਐਨੀ ਐਕਟ, ਜਿਹੜੇ ਮੈਂ ਤੁਹਾਨੂੰ ਸਬਸੈਕਸ਼ਨ ਦੱਸੇ ਆ, ਵਿਚ ਇਜ਼ ਪ੍ਰੈਜੂਡੀਸ਼ੀਅਲ ਟੂ ਦੀ ਸਿਕਿਉਰਿਟੀ, ਆ ਇੱਕ ਬੜੀਆਂ ਵੱਡੀਆਂ ਚੀਜ਼ਾਂ, ਸਿਕਿਉਰਿਟੀ ਨੂੰ ਇੰਸ਼ੋਰ ਕਰਨਾ ਕੰਟਰੀ ਦੀ, ਠੀਕ ਹੈ, ਦੈਨ ਡਿਫੈਂਸ ਨੂੰ ਇੰਸ਼ੋਰ ਕਰਨਾ, ਦੈਨ ਜਿਹੜੇ ਫੋਰਨ ਪਾਵਰਸ ਆ ਉਹਨਾਂ ਦੇ ਨਾਲ ਰਿਲੇਸ਼ਨਸ ਨੂੰ ਇੰਸ਼ੋਰ ਕਰਨਾ, ਦੈਨ ਪਬਲਿਕ ਆਰਡਰ, ਪਬਲਿਕ ਪੀਸ ਮੇਨਟੇਨ ਕਰਨਾ, ਵੀ ਉਹਦੇ ਵਿੱਚ ਕੋਈ ਇੱਦਾਂ ਦਾ ਬੰਦਾ ਕੋਈ ਐਕਟ ਕਰ ਰਿਹਾ ਵਿਚ ਆਰ ਪ੍ਰੈਜੂਡੀਸ਼ੀਅਲ ਟੂ ਦੈਮ, ਅ ਡਿਟੈਂਸ਼ਨ ਆਰਡਰ ਕੈਨ ਬੀ ਪਾਸਡ ਅਗੇਂਸਟ ਦੈਮ। ਇਹ ਜਿਹੜਾ ਹੈਗਾ ਇਹਦੇ ਬਾਰੇ ਪ੍ਰੋਵੀਜ਼ਨ ਦਿੱਤੀ ਹੋਈ ਹੈ ਸੈਕਸ਼ਨ 3 ਆਫ ਨੈਸ਼ਨਲ ਸਿਕਿਉਰਿਟੀ ਐਕਟ ਦੇ ਵਿੱਚ। ਜਦੋਂ ਅਸੀਂ ਗੱਲ ਕਰਦੇ ਹਾਂ ਜੀ ਇਹਦੇ ਵਿੱਚ ਬੇਲ ਕਦ ਤੱਕ ਮਿਲ ਜਾਏਗੀ ਅਤੇ ਜਿਹੜੀ ਰਿਮਾਂਡ ਹੈ ਉਹ ਰਿਮਾਂਡ ਕਿੰਨੀ ਕੁ ਜ਼ਿਆਦਾ ਸਟ੍ਰਿਕਟ ਹੁੰਦੀ ਹੈ? ਬ੍ਰਦਰ ਦੇਖੋ, ਬੇਲ ਮਿਲਣਾ ਪਹਿਲਾਂ ਤਾਂ ਇੱਕ ਡਿਟੈਂਸ਼ਨ ਆਰਡਰ ਸੈਂਟਰਲ ਜਾਂ ਸਟੇਟ ਗਵਰਨਮੈਂਟ ਡਿਪੈਂਡਿੰਗ ਅਪੋਨ ਦੀ ਸਰਕਮਸਟਾਂਸਿਸ ਇੱਕ ਆਰਡਰ ਪਾਸ ਹੋ ਜਾਂਦਾ ਜੀ, ਠੀਕ ਹੈ। ਇਹ ਜਿਹੜਾ ਆਰਡਰ ਹੈ ਇਟ ਕੈਨ ਬੀ ਐਗਜ਼ੀਕਿਊਟਿਡ ਐਟ ਐਨੀ ਪਲੇਸ ਇਨ ਇੰਡੀਆ। ਇਹਦੇ 'ਚ ਜਿਹੜੀਆਂ ਪ੍ਰੋਵੀਜ਼ਨਸ ਇਹਨੂੰ ਗਵਰਨ ਕਰਦੀਆਂ ਐਗਜ਼ੀਕਿਊਟ ਕਰਨ ਲਈ ਉਹ ਹੈਗੀਆਂ ਕ੍ਰਿਮੀਨਲ ਪ੍ਰੋਸੀਜਰ ਕੋਡ ਜਿਹੜਾ ਆਪਣੇ ਕੰਟਰੀ ਦਾ ਹੈਗਾ, ਠੀਕ ਹੈ। ਗਰਾਊਂਡਸ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੇ ਹਾਂ ਜੀ। ਅਤੇ ਇਹ ਜਿਹੜਾ ਡਿਟੈਂਸ਼ਨ ਆਰਡਰ ਹੁੰਦਾ ਇਹ ਦੋ ਤਰ੍ਹਾਂ, ਇੱਕ ਤਾਂ ਇਹ ਹੋ ਗਿਆ ਵੀ ਜੇ ਬੰਦੇ ਦੇ ਅਗੇਂਸਟ ਡਿਟੈਂਸ਼ਨ ਆਰਡਰ ਪਾਸ ਹੋਇਆ ਉਹ ਬੰਦਾ ਫੜ ਲਿੱਤਾ ਜਾਂਦਾ ਹੈ, ਠੀਕ ਹੈ। ਇੱਕ ਹੁੰਦਾ ਜੇ ਉਹ ਬੰਦਾ ਐਬਸਕੌਂਡ ਕਰ ਜਾਂਦਾ, ਜੇ ਮੰਨ ਲਓ ਭਗੌੜਾ ਹੋ ਗਿਆ ਜਾਂ ਭੱਜ ਜਾਂਦਾ ਜਾਂ ਲੁੱਕ ਜਾਂਦਾ ਹੈਗਾ, ਪੁਲਿਸ ਦੇ ਹੱਥ 'ਚ ਨਹੀਂ ਆਉਂਦਾ, ਉਹਨੂੰ ਗਵਰਨ ਕਰਦੀ ਹੈ ਸੈਕਸ਼ਨ 7। ਸੈਕਸ਼ਨ 7 ਹੈ ਉਹਦੇ 'ਚ ਹੈਗਾ ਜੀ ਪਾਵਰ ਇਨ ਰਿਲੇਸ਼ਨ ਟੂ ਐਬਸਕੌਂਡਿੰਗ ਪਰਸਨ। ਲੈਟ ਅਸ ਅਸਿਊਮ ਕਿਸੇ ਬੰਦੇ ਦੇ ਅਗੇਂਸਟ ਕੋਈ ਡਿਟੈਂਸ਼ਨ ਆਰਡਰ ਪਾਸ ਕਰ ਦਿੰਦੀ ਹੈ ਸੈਂਟਰਲ ਜਾਂ ਸਟੇਟ ਗਵਰਨਮੈਂਟ ਐਂਡ ਦੈਟ ਪਰਸਨ ਇਜ਼ ਐਬਸਕੌਂਡਿੰਗ, ਠੀਕ ਹੈ, ਜਾਂ ਉਹ ਬੰਦਾ ਲੁਕਿਆ ਹੋਇਆ, ਤਾਂ ਜਿਹੜੀ ਗਵਰਨਮੈਂਟ ਹੈ ਇਟ ਹੈਜ਼ ਟੂ ਮੇਕ ਅ ਰਿਪੋਰਟ ਇਨ ਰਾਈਟਿੰਗ। ਜਿਹੜੀ ਉਹ ਰਿਪੋਰਟ ਆ ਲਿਖਤੀ ਰਿਪੋਰਟ, ਜਾਂ ਤਾਂ ਉਹਨਾਂ ਨੇ ਮੈਟਰੋਪੋਲੀਟਨ ਜਿਹੜਾ ਮੈਜਿਸਟਰੇਟ ਆ ਉਸ ਏਰੀਏ ਦੇ ਜਿੱਥੇ ਉਹ ਬੰਦਾ ਓਰੀਜਨਲੀ ਰਿਜ਼ਾਈਡ ਕਰਦਾ ਜਾਂ ਜੁਡੀਸ਼ੀਅਲ ਮੈਜਿਸਟਰੇਟ ਹੈ, ਉਹਨਾਂ ਨੇ ਉਹ ਰਿਪੋਰਟ ਜਿਹੜੀ ਹੈਗੀ ਹੈ ਉਹ ਦੇਣੀ ਹੁੰਦੀ ਹੈ, ਠੀਕ ਹੈ। ਇਹ ਦੱਸਣ ਲਈ ਵੀ ਇਹ ਜਿਹੜਾ ਬੰਦਾ ਇਹਦੇ ਅਗੇਂਸਟ ਡਿਟੈਂਸ਼ਨ ਆਰਡਰ ਹੋ ਗਿਆ ਜੀ ਅਤੇ ਇਹ ਬੰਦਾ ਐਬਸਕੌਂਡ ਕਰ ਰਿਹਾ, ਠੀਕ ਹੈ। ਰਿਪੋਰਟ ਦੇਣ ਤੋਂ ਬਾਅਦ ਜਿਹੜੀਆਂ ਪ੍ਰੋਵੀਜ਼ਨ ਦਾ ਸੈਕਸ਼ਨ 82 ਤੋਂ ਲੈ ਕੇ 85 ਆਫ CRPC ਜਿੱਦਾਂ ਮੈਂ ਤੁਹਾਨੂੰ ਅੱਗੇ ਦੱਸਿਆ ਉਹ ਲਾਗੂ ਕੀਤੀਆਂ ਜਾਂਦੀਆਂ ਉਹ ਬੰਦੇ ਨੂੰ ਅਰੈਸਟ ਕਰਨ ਲਈ, ਠੀਕ ਹੈ। ਹੁਣ ਜੇਕਰ ਇੱਕ ਬੰਦਾ ਡਿਟੇਨਸ਼ਨ ਆਰਡਰ ਦੇ ਅੰਡਰ ਡਿਟੇਨ ਕਰ ਲਿੱਤਾ, ਫਿਰ ਹੁਣ ਤੁਹਾਡਾ ਕੁਐਸਚਨ ਸੀ ਉਹਦਾ ਕੀ ਪ੍ਰੋਸੀਜਰ ਆ, ਉਹ ਮੈਂ ਤੁਹਾਨੂੰ ਦੱਸ ਦਿੰਦਾ। ਜਦੋਂ ਕਿਸੇ ਬੰਦੇ ਨੂੰ, ਕਿਸੇ ਪਰਸਨ ਨੂੰ ਜਿਹਦੇ ਅਗੇਂਸਟ ਡਿਟੈਂਸ਼ਨ ਆਰਡਰ ਪਾਸ ਹੋ ਜਾਂਦਾ ਉਹਨੂੰ ਡਿਟੇਨ ਕਰ ਲਿੱਤਾ ਜਾਂਦਾ, ਤਾਂ ਵਿਦਨ ਅ ਪੀਰੀਅਡ ਆਫ 5 days ਉਹਨੂੰ ਇਹ ਕਨਵੇ ਕਰਨਾ ਹੁੰਦਾ ਵੀ ਤੇਰੇ ਅਗੇਂਸਟ ਜਿਹੜਾ ਡਿਟੈਂਸ਼ਨ ਆਰਡਰ ਹੋਇਆ ਉਹ ਆ ਹੋਇਆ ਔਰ ਇਸ ਕਾਰਨ ਕਰਕੇ ਹੋਇਆ ਜੀ। ਅੰਡਰ ਐਕਸੈਪਸ਼ਨਲ ਸਰਕਮਸਟਾਂਸਿਸ ਜਿੱਥੇ 5 ਦਿਨਾਂ 'ਚ ਨਹੀਂ ਹੋ ਸਕਦਾ, ਇਟ ਸ਼ੁੱਡ ਬੀ ਡਨ ਵਿਦਨ ਅ ਪੀਰੀਅਡ ਆਫ 15 days। ਸੋ ਐਜ਼ ਉਹ ਬੰਦੇ ਨੂੰ, ਕਿਉਂਕਿ ਜਿਹੜਾ ਆਪਣਾ ਇੰਡੀਅਨ ਕੌਨਸਟੀਟਿਊਸ਼ਨ ਹੈ ਇਟ ਇਜ਼ ਅ ਡੈਮੋਕ੍ਰੈਟਿਕ ਕੰਟਰੀ, ਇੱਥੇ ਹਰ ਇੱਕ ਬੰਦੇ ਨੂੰ ਜਿਹੜਾ ਲਾਅ ਹੈ ਉਹ ਅਵੇਲੇਬਲ ਕਰਾਇਆ ਜਾਂਦਾ ਵੀ ਜੇ ਉਹਦੀ ਕੋਈ ਐਫੀਕੇਸ਼ੀਅਸ ਰੈਮਡੀ ਬਣਦੀ ਹੈ ਉਹਨੂੰ ਅਵੇਲ ਕਰ ਸਕੇ। ਇਹ ਜਿਹੜਾ 5 ਦਿਨ ਦਾ ਅਤੇ 15 ਦਿਨ ਦਾ ਮੈਂ ਤੁਹਾਨੂੰ ਟਾਈਮ ਦੱਸ ਰਿਹਾ, ਜਿਹੜੇ ਬੰਦੇ ਦੇ ਅਗੇਂਸਟ ਡਿਟੈਂਸ਼ਨ ਆਰਡਰ ਹੁੰਦਾ ਉਹਨੂੰ ਇਸ ਕਰਕੇ ਦਿੱਤਾ ਜਾਂਦਾ ਵੀ ਜੇਕਰ ਤੇਰੀ ਕੋਈ ਗ੍ਰੀਵੈਂਸ ਹੈ ਤਾਂ ਤੂੰ ਐਡਵਾਈਜ਼ਰੀ ਬੋਰਡ ਨੂੰ ਰਿਪਰੈਜ਼ੈਂਟੇਸ਼ਨ ਦੇ ਸਕਦਾ। ਇਹਦੇ ਵਿੱਚ ਮੈਂ ਇਹ ਵੀ ਕਲੀਅਰ ਕਰ ਦਿੰਦਾ, ਇਹਦੇ ਵਿੱਚ ਉਹਨੂੰ ਕੋਈ ਬੰਦਾ ਲਾਇਰ ਉਹਨੂੰ ਰਿਪਰੈਜ਼ੈਂਟ ਨਹੀਂ ਕਰ ਸਕਦਾ ਹੈਗਾ ਜਿਹਦੇ ਅਗੇਂਸਟ ਲਾਇਰ ਹਾਇਰ ਕਰਦਾ ਜੀ, ਨਹੀਂ ਉਹ ਨਹੀਂ, ਉਹਦੀ ਪ੍ਰੋਵੀਜ਼ਨ ਹੀ ਹੈ ਨਹੀਂ ਅੰਡਰ ਦਿਸ ਐਕਟ। ਜਿਹਦੇ ਅਗੇਂਸਟ ਡਿਟੈਂਸ਼ਨ ਆਰਡਰ ਪਾਸ ਹੋਇਆ ਹੀ ਕੈਨ ਨਾਟ ਅਵੇਲ ਦੀ ਸਰਵਿਸਿਜ਼ ਆਫ ਅ ਲਾਇਰ, ਦੈਟ ਇਜ਼ ਵੈਰੀ ਕਲੀਅਰ। ਜਿੱਦਾਂ ਦੇਖਦੇ ਹਾਂ ਪੰਜਾਬ ਦੇ ਵਿੱਚੋਂ ਅਸਾਮ ਸ਼ਿਫਟ ਕੀਤਾ ਗਿਆ, ਅਲੱਗ ਸਟੇਟ ਦੇ ਵਿੱਚ ਭੇਜਿਆ ਗਿਆ, ਇਹ ਕਿਉਂ ਪਰਟੀਕੂਲਰਲੀ ਇੱਦਾਂ ਕਿਉਂ ਭੇਜਦੇ ਆ? ਦੇਖੋ ਜਿੱਥੇ ਹੁਣ ਆਪਾਂ ਗੱਲ ਕਰ ਰਹੇ ਹਾਂ, ਮੈਂ ਜਿਵੇਂ ਤੁਹਾਨੂੰ ਦੱਸਿਆ ਵੀ ਜਿੱਥੇ ਸਟੇਟ ਦੀ ਪੀਸ ਜੀ ਅਤੇ ਸਿਕਿਉਰਿਟੀ ਦੀ ਗੱਲ ਆ ਗਈ ਤਾਂ ਓਬਵੀਅਸਲੀ ਜਿਹੜਾ ਬੰਦਾ ਇੱਦਾਂ ਦਾ ਕੋਈ ਡੈਟਰੀਮੈਂਟਲ ਜਾਂ ਪ੍ਰੈਜੂਡੀਸ਼ੀਅਲ ਐਕਟ ਕਰ ਰਿਹਾ ਤਾਂ ਉਹਨੂੰ ਉੱਥੋਂ ਲਿਜਾਣਗੇ ਐਜ਼ ਪਰ ਦੀ ਪ੍ਰੋਵੀਜ਼ਨਸ ਆਫ ਦੀ ਐਕਟ। ਇਹ ਕੌਨਸਟੀਟਿਊਸ਼ਨ 'ਚ ਹੈ ਇਹਦਾ ਪ੍ਰਾਵਧਾਨ। ਹੁਣ ਜਦੋਂ ਉਹ ਬੰਦੇ ਨੂੰ ਪਤਾ ਲੱਗ ਜਾਂਦਾ ਵਿਦਨ 5 days ਜਾਂ ਅੰਡਰ 15 days ਅੰਡਰ ਐਕਸੈਪਸ਼ਨ ਸਰਕਮਸਟਾਂਸਿਸ ਕਿ ਹਾਂ ਆਹ ਡਿਟੈਂਸ਼ਨ ਆਰਡਰ ਹੋਇਆ, ਤਾਂ ਉਹ ਬੰਦਾ ਰਿਪਰੈਜ਼ੈਂਟੇਸ਼ਨ ਦੇ ਸਕਦਾ ਤੁਹਾਡੀ ਐਡਵਾਈਜ਼ਰੀ ਬੋਰਡ। ਹੁਣ ਐਡਵਾਈਜ਼ਰੀ ਬੋਰਡ ਕੀ ਹੈ? ਐਡਵਾਈਜ਼ਰੀ ਬੋਰਡ ਦੀ ਜਿਹੜੀ ਪ੍ਰੋਵੀਜ਼ਨ ਹੈ ਉਹ ਦਿੱਤੀ ਹੋਈ ਹੈ ਸੈਕਸ਼ਨ 9 'ਚ ਕੌਨਸਟੀਟਿਊਸ਼ਨ ਆਫ ਐਡਵਾਈਜ਼ਰੀ ਬੋਰਡ ਅੰਡਰ ਨੈਸ਼ਨਲ ਸਿਕਿਉਰਿਟੀ ਐਕਟ। ਉਹਦੇ ਵਿੱਚ 3 ਮੈਂਬਰਸ ਹੁੰਦੇ ਆ। ਉਹ ਜਿਹੜੇ ਮੈਂਬਰਸ ਹੈ ਈਦਰ ਦੇ ਹੈਵ ਟੂ ਬੀ ਦੀ ਹਾਈ ਕੋਰਟ ਜੱਜਿਸ, ਠੀਕ ਹੈ, ਦੇ ਹੈਵ ਰਿਮੇਨਡ ਦੀ ਹਾਈ ਕੋਰਟ ਜੱਜਿਸ ਔਰ ਦੇ ਆਰ ਕੁਆਲੀਫਾਈਡ ਟੂ ਬੀ ਅਪੁਆਇੰਟਡ ਐਜ਼ ਹਾਈ ਕੋਰਟ ਜੱਜਿਸ। ਜਿੱਥੇ ਐਡਵਾਈਜ਼ਰੀ ਬੋਰਡ ਆਪਾਂ ਕਿਸੇ ਇਹਦੇ ਵਿੱਚ ਜਿਹੜਾ ਐਡਵਾਈਜ਼ਰੀ ਬੋਰਡ ਹੁੰਦਾ, ਐਡਵਾਈਜ਼ਰੀ ਬੋਰਡ ਦੇ ਜਿਹੜੇ ਚੇਅਰਮੈਨ ਹੁੰਦੇ ਆ ਹੀ ਹੈਜ਼ ਟੂ ਬੀ ਅ ਜੱਜ ਆਫ ਦੀ ਆਨਰੇਬਲ ਹਾਈ ਕੋਰਟ।
ਜੀ ਠੀਕ ਹੈ। ਜਿੱਥੇ ਯੂਨੀਅਨ ਟੈਰੀਟਰੀ ਆ ਗਈ, ਠੀਕ ਹੈ, ਦੀ ਅਪਾਇੰਟਮੈਂਟ ਆਫ ਐਡਵਾਈਜ਼ਰੀ ਬੋਰਡ ਆਫ ਐਨੀ ਪਰਸਨ ਹੂ ਇਜ਼ ਜੱਜ ਆਫ ਦੀ ਹਾਈ ਕੋਰਟ ਆਫ ਅ ਸਟੇਟ ਸ਼ੈਲ ਬੀ ਵਿਦ ਪ੍ਰੀਵੀਅਸ ਅਪਰੂਵਲ ਆਫ ਦੀ ਸਟੇਟ ਗਵਰਨਮੈਂਟ। ਜੀ ਯੂਨੀਅਨ ਟੈਰੀਟਰੀ 'ਚ ਡਿਫਰੈਂਟ ਹੈ, ਉਸ ਤੋਂ ਬਾਅਦ ਆ ਗਿਆ ਡਿਫਰੈਂਟ। ਹੁਣ ਜਿਹੜਾ ਅੱਗੇ ਤੁਸੀਂ ਮੈਨੂੰ ਪੁੱਛ ਰਹੇ ਸੀਗੇ ਵੀ ਇਹਦਾ ਪ੍ਰੋਸੀਜਰ ਕੀ ਹੈ ਜਦੋਂ ਬੰਦੇ ਨੂੰ ਡਿਟੇਨ ਕਰ ਲਿਆ। ਜੀ ਜਦੋਂ ਦੇਖੋ ਬੰਦੇ ਨੂੰ ਡਿਟੇਨ ਕਰ ਲਿਆ, ਉਹਦਾ ਫਿਰ ਇੱਕ ਰੈਫਰੈਂਸ ਦੇਣਾ ਪੈਂਦਾ ਟੂ ਦੀ ਐਡਵਾਈਜ਼ਰੀ ਬੋਰਡ ਜੀ ਜਿਹੜਾ ਬਣਿਆ ਹੋਇਆ। ਉਹ ਜਿਹੜਾ ਰੈਫਰੈਂਸ ਦੇਣਾ ਹੁੰਦਾ ਐਡਵਾਈਜ਼ਰੀ ਬੋਰਡ ਨੂੰ, ਉਹ ਦੇਣਾ ਹੁੰਦਾ ਵਿਦਨ 3 ਵੀਕਸ ਫਰੋਮ ਦੀ ਡੇਟ ਆਫ ਡਿਟੈਂਸ਼ਨ। ਇਹ ਦੇਣਾ ਹੁੰਦਾ ਸੈਂਟਰਲ ਗਵਰਨਮੈਂਟ ਜਾਂ ਸਟੇਟ ਗਵਰਨਮੈਂਟ ਨੇ, ਐਜ਼ ਦਾ ਕੇਸ ਮੇ ਬੀ। ਔਰ ਇੱਕ ਇਹਦੇ 'ਚ ਹੋਰ ਵੀ ਪ੍ਰੋਵੀਜ਼ਨ ਹੁੰਦੀ ਹੈ, ਕਈ ਵਾਰੀ ਇੱਕ ਸਬਸੈਕਸ਼ਨ 3 ਹੈ, ਉਹਦੇ ਵਿੱਚ ਆਫਿਸਰਸ ਕੋਲ ਵੀ ਪਾਵਰਾਂ ਹੁੰਦੀਆਂ, ਜਿਹਦੇ 'ਚ ਡਿਸਟ੍ਰਿਕਟ ਮੈਜਿਸਟ੍ਰੇਟ ਵੀ ਆ ਸਕਦਾ ਜਾਂ ਕਮਿਸ਼ਨਰ ਆਫ ਪੁਲਿਸ ਵੀ ਆ ਸਕਦਾ। ਜੀ ਉਹਨਾਂ ਨੇ ਇੱਕ ਰਿਪੋਰਟ ਸਬਮਿਟ ਕਰਨੀ ਹੁੰਦੀ ਹੈ ਇਨ ਰਾਈਟਿੰਗ ਟੂ ਦੀ ਐਡਵਾਈਜ਼ਰੀ ਬੋਰਡ constituted under section 9 of the National Security Act ਕਿ ਆਹ ਬੰਦੇ ਦੇ ਅਗੇਂਸਟ ਆਹ ਡਿਟੈਂਸ਼ਨ ਆਰਡਰ ਪਾਸ ਹੋਇਆ ਤੇ ਇਸ ਕਰਕੇ ਪਾਸ ਹੋਇਆ। ਠੀਕ ਹੈ ਜੀ। ਉਸ ਤੋਂ ਬਾਅਦ ਐਡਵਾਈਜ਼ਰੀ ਬੋਰਡ ਦਾ ਜਿਹੜਾ ਪ੍ਰੋਸੀਜਰ ਹੈ, ਜੇ ਜਿਹੜਾ ਬੰਦਾ ਡਿਟੇਨਡ ਹੈ ਉਹ ਵੀ ਇੱਕ ਰਿਪਰੈਜ਼ੈਂਟੇਸ਼ਨ ਆਪਣੇ ਆਪ ਤੇ ਤੌਰ ਤੇ ਦੇ ਸਕਦਾ ਐਡਵਾਈਜ਼ਰੀ ਬੋਰਡ ਨੂੰ। ਇਹ ਨਹੀਂ ਆ ਵੀ ਉਹਦੇ ਕੋਲ ਕੋਈ ਰੈਮੇਡੀ ਨਹੀਂ ਹੈਗੀ, ਡੈਫੀਨਿਟਲੀ ਰੈਮੇਡੀ ਇਜ਼ ਦੇਅਰ ਵਿਦ ਹਿਮ। ਠੀਕ ਹੈ। ਹੁਣ ਜਿਹੜਾ ਐਡਵਾਈਜ਼ਰੀ ਬੋਰਡ ਹੈ, ਉਹਨਾਂ ਨੇ ਵਿਦਿਨ 7 ਵੀਕਸ 7 ਹਫ਼ਤਿਆਂ ਦੇ ਵਿੱਚ ਉਸ ਬੰਦੇ ਦੀ ਡਿਟੈਂਸ਼ਨ ਤੋਂ ਆਰਡਰ ਪਾਸ ਕਰਨਾ ਹੁੰਦਾ ਕਿ ਵੈਦਰ ਦੀ ਡਿਟੈਂਸ਼ਨ ਵਿਲ ਕੰਟੀਨਿਊ ਔਰ ਨਾਟ। ਜਦੋਂ ਉਹ ਆਰਡਰ ਪਾਸ ਕਰ ਦਿੰਦੇ ਆ, ਜੇ ਉਹਨਾਂ ਨੂੰ ਲੱਗਦਾ ਵੀ ਯੈਸ ਦੇਅਰ ਆਰ ਐਕਸੈਪਸ਼ਨਲ ਸਰਕਮਸਟੈਂਸਿਸ ਐਂਡ ਦੇਅਰ ਇਜ਼ ਇਨਫ ਮਟੀਰੀਅਲ ਕਿ ਇਹ ਜਿਹੜਾ ਬੰਦਾ ਇਹਦਾ ਡਿਟੈਂਸ਼ਨ ਆਰਡਰ ਜਿਹੜਾ ਹੈਗਾ ਗਵਰਨਮੈਂਟ ਨੇ ਪਾਸ ਕੀਤਾ ਉਹ ਰੈਲੇਵੈਂਟ ਹੈ ਜਾਂ ਉਹ ਪਾਸ ਹੋਣਾ ਬਣਦਾ, ਤਾਂ ਉਹ ਜਿਹੜਾ ਆਰਡਰ ਹੈਗਾ ਉਹਨੂੰ ਕਨਫਰਮ ਕਰ ਦਿੰਦੇ ਆ ਵੀ ਇਹ ਬੰਦੇ ਨੂੰ ਤੁਸੀਂ ਡਿਟੇਨ ਕਰ ਸਕਦੇ ਹੋ। ਉਹਦੇ ਵਿੱਚ ਫਿਰ ਜਿਹੜੀ ਗਵਰਨਮੈਂਟ ਹੁੰਦੀ ਹੈ ਉਹਨਾਂ ਨੂੰ ਸਪੈਸ਼ਲ ਇੱਕ ਸਪੈਸੀਫਿਕ ਆਰਡਰ ਪਾਸ ਕਰਨਾ ਪੈਂਦਾ। ਹੁਣ ਤੁਹਾਡਾ ਕੁਐਸਚਨ ਸੀਗਾ ਵੀ ਉਹ ਬੰਦਾ ਉੱਥੇ ਹੀ ਰਹੂਗਾ ਜੀ। ਇਹ ਸਦਾ ਲਈ ਨਹੀਂ ਹੈਗਾ ਜਿਹੜਾ ਡਿਟੈਂਸ਼ਨ ਆਰਡਰ ਜੀ। ਇਹਦਾ ਜਿਹੜਾ ਮੈਕਸਿਮਮ ਪੀਰੀਅਡ ਹੈ ਉਹ ਦਿੱਤਾ ਹੋਇਆ ਅੰਡਰ ਸੈਕਸ਼ਨ 13 ਜੀ। ਠੀਕ ਹੈ ਜੀ। ਜਿਹੜਾ ਸੈਕਸ਼ਨ 13 ਹੈਗਾ ਉਹਦੇ ਵਿੱਚ ਜਿਹੜਾ ਮੈਕਸਿਮਮ ਪੀਰੀਅਡ ਆਫ ਡਿਟੈਂਸ਼ਨ ਐਜ਼ ਪਰ ਨੈਸ਼ਨਲ ਸਿਕਿਉਰਿਟੀ ਐਕਟ ਹੈ ਉਹ ਹੈਗਾ ਜੀ 12 ਮਹੀਨੇ ਜੀ। ਠੀਕ ਹੈ। ਤੇ 12 ਮਹੀਨੇ ਤੋਂ ਘੱਟ ਜਾਂ 12 ਮਹੀਨੇ ਤੋਂ ਵੱਧ ਇਦਾਂ ਹੋ ਸਕਦਾ? ਫਿਰ ਬੜਾ ਰੈਲੇਵੈਂਟ ਕੁਐਸਚਨ ਆ ਅਗੇਨ ਤੁਹਾਡਾ। ਜਿਹੜਾ ਇੱਕ ਨਾ ਸੈਕਸ਼ਨ ਹੈ ਨੈਸ਼ਨਲ ਸਿਕਿਉਰਿਟੀ ਐਕਟ 'ਚ ਸੈਕਸ਼ਨ 14 ਉਹਦੇ ਵਿੱਚ ਰਿਵੋਕ ਕੀਤੇ ਜਾ ਸਕਦੇ ਜਿਹੜੇ ਡਿਟੈਂਸ਼ਨ ਆਰਡਰ ਹੁੰਦੇ। ਦੇਖੋ ਜਿਹੜੀਆਂ ਅਲਟੀਮੇਟਲੀ ਪਾਵਰਸ ਹੁੰਦੀਆਂ ਅੰਡਰ ਨੈਸ਼ਨਲ ਸਿਕਿਉਰਿਟੀ ਐਕਟ, ਦੋਜ਼ ਆਰ ਵੈਸਟਡ ਵਿਦ ਦੀ ਸੈਂਟਰਲ ਗਵਰਨਮੈਂਟ ਐਂਡ ਦੀ ਸਟੇਟ ਗਵਰਨਮੈਂਟ ਜੀ। ਉਹ ਜੇ ਚਾਹਣ ਉਹਨਾਂ ਨੂੰ ਕਿਸੇ ਰੈਲੇਵੈਂਟ ਪੁਆਇੰਟ ਆਫ ਟਾਈਮ 'ਤੇ ਲੱਗੇ ਕਿ ਜਿਹੜਾ ਇਹ ਨਿਊ ਫੈਕਟਸ ਹੈਵ ਅਰੀਜ਼ਨ ਜਾਂ ਇਹ ਆਪਣਾ ਜਿਹੜਾ ਆਲਰੇਡੀ ਅਸੀਂ ਕੀਤਾ ਹੋਇਆ it has to be revoked ਤਾਂ ਉਹ ਇਹਨੂੰ ਰਿਵੋਕ ਕਰ ਸਕਦੇ ਆ ਜੀ। ਠੀਕ ਹੈ। ਤੇ ਇੱਕ ਇਹਦੇ 'ਚ ਹੋਰ ਵੀ ਪ੍ਰੋਵੀਜ਼ਨ ਹੈ ਜਿਹੜੀ ਸੈਂਟਰਲ ਗਵਰਨਮੈਂਟ ਤੇ ਸਟੇਟ ਗਵਰਨਮੈਂਟ ਕੋ ਵੈਸਟਡ ਪਾਵਰ ਦਾ ਅੰਡਰ ਸੈਕਸ਼ਨ 15 ਜਿਹੜਾ ਡਿਟੇਨਡ ਪਰਸਨ ਹੈ ਹੀ ਕੈਨ ਬੀ ਟੈਂਪਰੇਰੀਲੀ ਰਿਲੀਜ਼ਡ ਜੀ। ਉਹਦੇ ਕੋਲੋਂ ਬੌਂਡ ਲੈ ਸਕਦੇ ਆ, ਕੋਈ ਸਪੈਸ਼ਲ ਕੰਡੀਸ਼ਨਸ ਉੱਤੇ ਲਾ ਸਕਦੇ ਆ, ਉਹਨੂੰ ਟੈਂਪਰੇਰੀਲੀ ਰਿਲੀਜ਼ ਕਰ ਸਕਦੇ ਆ ਕੁਝ ਸਪੈਸੀਫਿਕ ਪੀਰੀਅਡ ਲਈ। ਪਰ ਉਹ ਬੰਦਾ ਅੰਡਰ ਅਗੇਨ ਹੀ ਇਜ਼ ਅੰਡਰ ਲੀਗਲ ਬਾਉਂਡਨ ਡਿਊਟੀ ਜੇ ਉਹਨੂੰ ਰਿਲੀਜ਼ ਕੀਤਾ ਗਿਆ ਟੂ ਓਬੇ ਬਾਈ ਆਲ ਦੀ ਟਰਮਸ ਐਂਡ ਕੰਡੀਸ਼ਨਸ ਵਿਚ ਵਰ ਇੰਪੋਜ਼ਡ ਐਟ ਦੀ ਟਾਈਮ ਆਫ ਰਿਲੀਜ਼ਿੰਗ ਹਿਮ। ਠੀਕ ਹੈ। ਜਿਹੜੇ ਉਹ ਆਪਣੇ ਕੋਈ ਬੌਂਡਸ ਜਾਂ ਉਹਨੂੰ ਕਹੇ ਜਾਂਦੇ ਆਰਡਰ ਕੀਤੇ ਜਾਂਦੇ ਉਹਨੇ ਉਹ ਫੁਲਫਿਲ ਕਰਨੇ ਹੁੰਦੇ ਆ। ਜੇਕਰ ਉਹ ਬੰਦਾ ਇਨ ਸਪਾਈਟ ਆਫ ਦੈਟ ਹੀ ਹੈਜ਼ ਟੂ ਸਰੈਂਡਰ ਹਿਮਸੈਲਫ, ਪਹਿਲਾਂ ਤਾਂ ਜਿਹੜੇ ਕੰਡੀਸ਼ਨਸ ਆ ਵੀ ਇੰਨੀ ਤਰੀਕ ਨੂੰ ਤੂੰ ਸਰੈਂਡਰ ਕਰਨਾ ਤਾਂ ਉਹ ਬੰਦੇ ਨੇ ਸਰੈਂਡਰ ਕਰਨਾ ਹੁੰਦਾ ਇਨ ਦੀ ਮੈਨਰ ਸਪੈਸੀਫਾਈਡ ਇਨ ਦੀ ਆਰਡਰ ਆਫ temporary release in case he fails to fulfill any of the condition। ਠੀਕ ਹੈ। ਜਿਹੜੇ ਉਹਦੇ ਬੌਂਡ ਹੈ ਉਹ ਫੋਰਫਿਟ ਹੋ ਜਾਂਦੇ ਆ। ਜੇ ਇਨ ਕੇਸ ਉਹ ਤਾਂ ਵੀ ਨਹੀਂ ਆਉਂਦਾ ਹੈਗਾ ਤਾਂ ਉਹਦੀ ਜਿਹੜੀ ਇੰਪ੍ਰਿਜ਼ਨਮੈਂਟ ਹੋ ਜਾਂਦੀ ਹੈ ਵਿਚ ਮੇ ਐਕਸਟੈਂਡ ਟੂ 2 years ਜੀ। ਠੀਕ ਹੈ। ਹੁਣ ਇੱਕ ਜਿਹੜੀ ਬੜੀ ਇੰਪੋਰਟੈਂਟ ਚੀਜ਼ ਹੈ ਇਹਦੇ ਵਿੱਚ ਜਿਹੜੀ ਤੁਸੀਂ ਮੈਨੂੰ ਪੁੱਛੀ ਸੀਗੀ ਵੀ ਜਿਹੜਾ ਇਹ ਡਿਟੈਂਸ਼ਨ ਹੈ ਜਿਹੜਾ ਪ੍ਰੋਸੀਜਰ ਹੈ ਐਡਵਾਈਜ਼ਰੀ ਬੋਰਡ ਦਾ ਵੀ ਇਹਦੇ ਵਿੱਚ ਜਿਹੜਾ ਇੱਕ ਸਟੇਟ ਤੋਂ ਦੂਸਰੇ ਸਟੇਟ 'ਚ ਦੇਖੋ ਇਹਦੇ ਵਿੱਚ ਡਿਊਰਿੰਗ ਦੀ ਡਿਟੈਂਸ਼ਨ ਪੀਰੀਅਡ ਵੀ ਜਿਹੜਾ ਇੱਕ ਪਰਸਨ ਜਿਹੜਾ ਫੜਿਆ ਗਿਆ, ਠੀਕ ਹੈ, ਉਹਨੂੰ ਇੱਕ ਸਟੇਟ ਤੋਂ ਦੂਸਰੇ ਸਟੇਟ ਦੇ ਵਿੱਚ ਭੇਜਿਆ ਜਾ ਸਕਦਾ। ਠੀਕ ਹੈ। ਪਰ ਜਿਹੜੇ ਦੂਸਰੇ ਸਟੇਟ 'ਚ ਆਪਾਂ ਭੇਜਣਾ ਉੱਥੋਂ ਦੀ ਗਵਰਨਮੈਂਟ ਦਾ ਕੰਸੈਂਟ ਲੈਣਾ ਬੜਾ ਇੰਪੋਰਟੈਂਟ ਹੈ ਵੀ ਅਸੀਂ ਆਹ ਜਿਹੜਾ ਬੰਦਾ ਇਹਦੇ ਅਗੇਂਸਟ ਡਿਟੈਂਸ਼ਨ ਆਰਡਰ ਪਾਸ ਹੋਇਆ ਅਸੀਂ ਇਹਨੂੰ ਤੁਹਾਡੇ ਸਟੇਟ 'ਚ ਭੇਜਣਾ ਚਾਹੁੰਦੇ, ਉੱਥੇ ਡਿਟੇਨ ਕਰਨਾ ਚਾਹੁੰਦੇ ਹਾਂ। ਵਨਸ ਅ ਕੰਸੈਂਟ ਇਜ਼ ਗਿਵਨ ਬਾਈ ਦੀ ਰਿਸਪੈਕਟਿਵ ਸਟੇਟ ਗਵਰਨਮੈਂਟ ਦੈਨ ਹੀ ਕੈਨ ਬੀ ਸੈਂਟ ਦੇਅਰ। ਸੋ ਆਹ ਹੈ ਜੀ ਇਹਦਾ ਟੋਟਲ ਜਿਹੜਾ ਇੱਕ ਕਰਕਸ ਹੈ ਆਫ ਦੀ ਨੈਸ਼ਨਲ ਸਿਕਿਉਰਿਟੀ ਐਕਟ। ਹੋਰ ਕੋਈ ਸਵਾਲ ਤੁਹਾਡਾ? ਜੇ ਮੰਨ ਲਓ ਕਿਸੇ ਦੇ ਉੱਪਰ NSA ਪੈਂਦੀ ਹੈ ਤੇ ਉਹਨੂੰ ਉਸੇ ਟਾਈਮ ਇਮੀਡੀਏਟਲੀ ਕੀ ਕਰਨਾ ਚਾਹੀਦਾ ਹੈ ਕਿ ਇਸ ਚੀਜ਼ ਤੋਂ ਬਾਹਰ ਨਿਕਲਿਆ ਜਾਵੇ ਜਾਂ ਇਸ ਚੀਜ਼ ਨੂੰ ਜੇ ਫੇਸ ਕਰ ਰਹੇ ਹਾਂ ਤਾਂ ਉਹ ਕੀ ਕਰੇ? ਦੇਖੋ ਜੀ, ਜੇ NSA ਕਿਸੇ ਬੰਦੇ 'ਤੇ ਲਗਾਈ ਜਾਂਦੀ ਅੰਡਰ ਬੜੇ ਕੰਪੈਲਿੰਗ ਸਰਕਮਸਟੈਂਸਿਸ ਇੱਦਾਂ ਦੇ ਆਰਡਰਸ ਪਾਸ ਹੁੰਦੇ ਆ ਐਜ਼ ਫਾਰ ਐਜ਼ ਦੀ ਐਕਟ ਇਜ਼ ਕੰਸਰਨਡ ਜੀ। ਜੇ ਲਾਇਆ ਜਾਂਦਾ, ਦੇਖੋ ਜੇ ਉਹ ਬੰਦਾ ਇਫ ਇਜ਼ ਡਿਟੇਨਡ
then the best thing which can be done is once he receives that this is why the detention order has been passed against you, ਜਿਵੇਂ ਮੈਂ ਤੁਹਾਨੂੰ ਦੱਸਿਆ 5 ਦਿਨ ਜਾਂ ਮੈਕਸਿਮਮ 15 ਦਿਨ ਦੇ ਵਿੱਚ ਤਾਂ he can move a representation to the advisory board. ਜੀ ਦੇਖੋ ਜਿਹੜਾ ਐਡਵਾਈਜ਼ਰੀ ਬੋਰਡ ਹੈ ਅਗੇਨ ਇਟ ਇਜ਼ ਉਹਦੇ ਜਿਹੜੇ ਚੇਅਰਮੈਨ ਹੈ ਆਨਰੇਬਲ ਹਾਈ ਕੋਰਟ ਦੇ ਜੱਜਸ ਹੈ, ਅੱਛਾ ਉਹਨਾਂ ਦਾ ਐਕਸਪੀਰੀਅੰਸ ਹੁੰਦਾ, ਅੱਛਾ ਉਹਨਾਂ ਨੂੰ ਸਾਰਾ ਪਤਾ ਹੁੰਦਾ, ਤਾਂ ਦੇ ਵਿਲ ਡੈਫੀਨੇਟਲੀ ਗਿਵ ਅ ਗੁੱਡ ਡਿਸੀਜਨ ਡਿਪੈਂਡਿੰਗ ਅਪਨ ਦੀ ਫੈਕਟਸ ਐਂਡ ਸਰਕਮਸਟੈਂਸਿਸ ਆਫ ਈਚ ਕੇਸ. ਹੁਣ ਉਹਦੇ ਵਿੱਚ ਬੈਸਟ ਤਾਂ ਇਹੀ ਹੈ ਕਿ ਉਹ ਰਿਪਰੈਜ਼ੈਂਟੇਸ਼ਨ ਮੂਵ ਕਰੇ. ਬਿਲਕੁਲ. ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ? ਮੈਂ ਤਾਂ ਇਹੀ ਮੈਸੇਜ ਦੇਣਾ ਚਾਹੂੰਗਾ ਜੀ, ਬੀਇੰਗ ਅ ਲੀਗਲ ਪ੍ਰੈਕਟੀਸ਼ਨਰ ਮਾਈਸੈਲਫ, ਕਿ ਆਪਾਂ ਲਾਅ ਅਬਾਈਡਿੰਗ ਸਿਟੀਜ਼ਨ ਬਣੀਏ ਔਰ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਜਿਹੜਾ ਵੀ ਸਾਨੂੰ ਕਾਨੂੰਨ ਵੱਲੋਂ ਜਿਹਦੇ ਸਾਡੇ ਅਸੀਂ ਐਮਪਾਵਰਡ ਹਾਂ, ਆਪਣਾ ਜਿਹੜਾ ਸਾਡੇ ਕੋਲ ਐਫੀਕੇਸ਼ੀਅਸ ਲੀਗਲ ਰੈਮੇਡੀ ਹੈ ਉਹਨੂੰ ਅਵੇਲ ਕਰਕੇ ਚੱਲੀਏ ਅਤੇ ਆਪਣਾ ਜਿਹੜਾ ਮੁਲਕ ਹੈ ਉਹਦੇ ਵਿੱਚ ਅਮਨ ਸ਼ਾਂਤੀ ਬਰਕਰਾਰ ਰੱਖੀਏ. ਇਹੀ ਮੇਰਾ ਸੁਨੇਹਾ ਜੀ. ਜੈ ਹਿੰਦ. ਬਹੁਤ ਸੋਹਣੀ ਗੱਲ ਕਹੀ ਹੈ ਕਿ ਲੋਅ ਐਂਡ ਆਰਡਰ ਨੂੰ ਮੇਨਟੇਨ ਕਰਕੇ ਰੱਖੀਏ ਅਤੇ ਜਿਹੜਾ ਮੁਲਕ ਆ ਉਹਦੇ 'ਚ ਸ਼ਾਂਤੀ ਬਣਾਈ ਰੱਖੀਏ, ਕਿਉਂਕਿ ਕੁਝ ਜਿਹੜੀ ਐਕਟੀਵਿਟੀਜ਼ ਹੈ ਇੱਦਾਂ ਦੀਆਂ ਦੇਖਣ ਨੂੰ ਮਿਲ ਰਹੀਆਂ ਸਾਨੂੰ ਪਿਛਲੇ ਕੁਝ ਹੀ ਦਿਨਾਂ ਤੋਂ ਕਿ ਜਿਹੜਾ ਲੋਅ ਹੈ ਉਹਨੂੰ ਖਰਾਬ ਕਰਨ ਦੀ ਜਿਹੜੀ ਸੰਭਾਵਨਾ ਵੀ ਦਿਖਦੀ ਸੀਗੀ ਸਰਕਾਰ ਨੂੰ, ਅਤੇ ਜਿਹਦੇ ਤਹਿਤ NSA ਐਕਟ ਲਗਾਇਆ ਗਿਆ ਸੀਗਾ. ਇੱਕ ਮੈਂ ਹੋਰ ਗੱਲ ਕਹਿਣਾ ਚਾਹੁੰਦਾ ਜੀ, ਦੇਖੋ ਮੈਂ ਜਿਹੜਾ ਆਪਣਾ ਤੁਸੀਂ ਮੈਨੂੰ ਪੁੱਛਿਆ ਓਪੀਨੀਅਨ, ਦੈਟ ਇਜ਼ ਪਰਟੇਨਿੰਗ ਟੂ ਮਾਈ ਮੈਸੇਜ ਟੂ ਦੀ ਕੰਟਰੀ ਐਂਡ ਦੀ ਕੰਟਰੀਮੈਨ. It has got nothing to do with whatever situation is going on in Punjab, and I am not commenting on any act of anybody. It is just a liberal, it's just a view, and it's just a discussion on the National Security Act. So thank you ji again. Jai Hind. ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਤੇ ਤੰਦਰੁਸਤੀ ਬਖਸ਼ੇ. ਸੋ ਇਹ ਸਾਡੇ ਨਾਲ ਸੀਗੇ ਬੱਬਰ ਸਾਹਿਬ, ਤੇ ਇੱਦਾਂ ਦੇ ਹੀ ਅੱਛੇ ਅਪਡੇਟ ਸੀ ਸਾਡੇ ਨਾਲ ਜੁੜੇ ਰਹੋ. ਕੈਮਰਾਮੈਨ ਰੋਹਨ ਦੇ ਨਾਲ ਮੈਂ ਸੁਜਲ ਤਮਨ, ਲੁਧਿਆਣਾ ਟਾਈਮਸ.